ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਸਬਸਕ੍ਰਾਈਬਰਸ ਦਾ ਔਰ ਦੇਖਣ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਔਰ ਸਾਨੂੰ ਸਪੋਰਟ ਕਰ ਰਹੇ ਆ, ਸਾਡਾ ਚੈਨਲ ਸਬਸਕ੍ਰਾਈਬ ਕਰ ਰਹੇ ਆ ਔਰ ਸਾਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਰਹੇ ਆ। ਅਸੀਂ ਆਨੰਦ ਸੰਸਕਾਰ ਦੇ ਉੱਤੇ ਗੱਲਾਂ ਕਰ ਰਹੇ ਹਾਂ ਤੇ ਮੇਰੇ ਨਾਲ ਭਾਈ ਜਸਵੀਰ ਸਿੰਘ ਜੀ ਹੈਗੇ ਆ। ਅੱਜ ਅਸੀਂ ਭਾਈ ਜਸਵੀਰ ਸਿੰਘ ਜੀ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜਾ ਸਾਡੇ ਲਾਵਾਂ ਦਾ ਪਾਠ ਹੈ ਉਹਦੇ ਬਾਰੇ ਡਿਟੇਲ ਅਸੀਂ ਆਉਣ ਵਾਲੀਆਂ 4 ਜਿਹੜੀਆਂ ਵੀਡੀਓਜ਼ ਹੈ ਉਹ ਕੱਲੀ ਲਾਉਣ ਦੀ ਐਕਸਪਲੇਨੇਸ਼ਨ ਔਰ ਉਹਦੇ ਵਿੱਚ ਕੀ ਸਿੱਖਿਆ ਦਿੰਦੇ ਆ ਗੁਰੂ ਮਹਾਰਾਜ ਉਹਦੇ ਉੱਤੇ ਗੱਲ ਕਰਨੀ ਹੈ। ਤੇ ਜੇ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਬਾਰੇ ਕੋਈ ਵੀ ਕਮੈਂਟਸ ਹੋਣ, ਕੁਐਸਚਨਸ ਹੋਣ, ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਪਾਓ ਤਾਂ ਕਿ ਅਸੀਂ ਅਖੀਰ ਵਿੱਚ ਇਹਨਾਂ ਕੁਐਸਚਨਾਂ ਦੇ ਆਨਸਰ ਵੀ ਕਰ ਸਕੀਏ। ਹਾਂਜੀ ਭਾਈ ਸਾਹਿਬ, ਅਸੀਂ ਅੱਜ ਲਾਵਾਂ ਤੋਂ ਸ਼ੁਰੂ ਕਰਨਾ ਜੀ। ਪਹਿਲੀ ਲਾਮ ਤੋਂ ਉਹਦਾ ਅਸੀਂ ਪਾਠ ਕਰੀਏ ਤੇ ਉਹਦੀ ਐਕਸਪਲੇਨੇਸ਼ਨ ਕਰੀਏ ਜੀ। ਅੱਜ ਅਸੀਂ ਪਹਿਲੇ ਐਪੀਸੋਡ ਵਿੱਚ ਅਸੀਂ ਜਿਹੜੀ ਪਹਿਲੀ ਲਾਮ ਇਹਦਾ ਦਾ ਭਾਵ ਆ, ਅਰਥ ਆ, ਉਹੀ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਐਕਸਪਲੇਨ ਕਰਨ ਦੀ। ਸੂਈ ਮਹਿਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਦੀ ਸੂਈ ਰਾਗ ਵਿੱਚ ਇਹ ਛੰਦ ਉਚਾਰਨ ਕੀਤਾ ਹੋਇਆ। ਇਹਦੀ ਜਿਹੜੀ ਪਹਿਲੀ ਪੰਕਤੀ ਆ ਇਸ ਛੰਦ ਦੇ ਪਹਿਲੇ ਪਦੇ ਦੀ, ਉਹ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਇਹ ਜਿਹੜੀਆਂ ਇਹ ਛੰਦ ਆ, ਇਹਦੇ ਛੰਦ ਦਾ ਸਿਰਲੇਖ ਲਾਵਾਂ ਨਹੀਂ, ਪਰ ਕਿਉਂਕਿ ਲਾਮ ਸ਼ਬਦ ਇੱਥੇ ਵਰਤਿਆ ਗਿਆ ਇਸ ਛੰਦ ਵਿੱਚ, ਇਸ ਲਈ ਸਾਡੇ ਪੰਥ ਨੇ ਮਰਿਆਦਾ ਬਣਾਈ ਆ ਕਿ ਆਨੰਦ ਦੇ ਸਮੇਂ ਜਿਹੜੇ ਵਿਅੰਜਨ ਬੱਚੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆ ਕੇ ਬੈਠਣ। ਜਦੋਂ ਲਾਵਾਂ ਦਾ ਪਾਠ ਹੋਵੇ ਉਹ ਖੜੇ ਹੋ ਕੇ ਸੁਣਨ, ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਪਰਿਕਰਮਾ ਕਰਕੇ ਫਿਰ ਆ ਕੇ ਉਹ ਮੱਥਾ ਟੇਕ ਕੇ ਖੜੇ ਹੋ ਕੇ ਦੂਜੀ ਲਾਮ ਸੁਣਨ। ਅਸੀਂ ਸਮੁੱਚੇ ਰੂਪ ਵਿੱਚ ਇੱਥੇ ਕਿਉਂਕਿ ਜੋ ਇਹਦਾ ਭਾਵ ਆ ਅਸੀਂ ਉਹਦੇ ਉੱਤੇ ਜ਼ੋਰ ਦੇ ਰਹੇ ਹਾਂ। ਇਹਨੂੰ ਹਰ ਇੱਕ ਵਿਅਕਤੀ ਜਿਹੜਾ, ਚਾਹੇ ਉਹ ਵਿਅੰਦੜ ਜੋੜਾ, ਚਾਹੇ ਉਹ ਆਮ ਸਧਾਰਨ ਵਿਅਕਤੀ ਆ, ਉਹ ਬਜ਼ੁਰਗ ਆ, ਜਵਾਨ ਆ, ਬੱਚਾ, ਇਸਤਰੀ ਆ, ਪੁਰਸ਼ ਆ, ਜਾਂ ਈਵਨ ਟ੍ਰਾਂਸਜੈਂਡਰ ਆ, ਕੋਈ ਵੀ ਜਿਹੜਾ ਮਨੁੱਖ ਆ, ਇਸ ਛੰਦ ਵਿੱਚ ਜਿਹੜੀ ਮੁੱਖ ਰੂਪ ਵਿੱਚ ਗੱਲ ਆਖੀ ਹੋਈ ਆ ਉਹ ਆ ਕਿ ਅਸੀਂ ਪ੍ਰਭੂ ਨਾਲ ਆਪਣਾ ਸੰਬੰਧ ਕਿਵੇਂ ਜੋੜ ਸਕਦੇ ਹਾਂ, ਸਾਡਾ ਪ੍ਰਭੂ ਨਾਲ ਰਿਸ਼ਤਾ ਕਿਵੇਂ ਜੁੜ ਸਕਦਾ, ਅਸੀਂ ਉਸ ਨੂੰ ਕਿਵੇਂ ਮਿਲ ਸਕਦੇ ਹਾਂ। ਤੋ ਵਿਆਹ ਦੇ ਅਲੰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਇਸ ਤੋਂ ਇਲਾਵਾ ਹੋਰ ਸ਼ਬਦ ਵੀ ਆ ਜਿਨ੍ਹਾਂ ਵਿੱਚ ਇਸ ਢੰਗ ਨਾਲ ਜਿਹੜਾ ਉਹ ਦਰਸਾਇਆ ਗਿਆ। ਤਾਂ ਇਹਦੇ ਵਿੱਚ ਜਿਹੜੀ ਆ ਹਰ ਪਹਿਲੀ ਲਾਮ ਜਦੋਂ ਆਖਿਆ ਹੋਇਆ ਤਾਂ ਪਹਿਲੀ ਗੱਲ ਸਮਝਣ ਦੀ ਇਹ ਲੋੜ ਆ ਕਿ ਇਹਦੇ ਵਿੱਚ ਜਿਹੜੀ ਜਿਹਦੇ ਨਾਲ ਲਾਮ ਹੋ ਰਹੀ ਆ, ਜਿਹਦਾ ਜ਼ਿਕਰ ਕੀਤਾ ਜਾ ਰਿਹਾ, ਉਹ ਵਿਅਕਤੀਗਤ ਮਨੁੱਖ ਦਾ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਆ, ਔਰ ਲਾਮ ਕਿਹਦੇ ਨਾਲ ਕਿਹਦੇ ਲਿਆ, ਉਹ ਪ੍ਰਭੂ ਦੀ ਗੱਲ ਆ। ਅਤੇ ਇੱਥੇ ਇਸਤਰੀ ਪੁਰਸ਼ ਦੀ ਦੋਵਾਂ ਦੀ ਗੱਲ ਨਹੀਂ, ਇੱਥੇ ਵਿਅਕਤੀਗਤ ਪੱਧਰ ਦੀ ਗੱਲ ਆ ਕਿ ਹਰ ਵਿਅਕਤੀ ਨੇ ਵਿਅਕਤੀਗਤ ਪੱਧਰ ਤੇ ਆਪਣੇ ਆਪ ਨੂੰ ਕਿਵੇਂ ਉਠਾਉਣਾ। ਠੀਕ ਆ। ਇਹਦੇ ਵਿੱਚ ਇਹ ਜਿਹੜੀਆਂ ਲਾਵਾਂ, ਇਹ ਜਿਹੜਾ ਛੰਦ ਆ, ਇਹ ਹਰ ਮਨੁੱਖ ਨੂੰ ਜੇਕਰ ਉਹ ਸਚਿਆਰ ਬਣਨਾ ਚਾਹੁੰਦਾ, ਸਹੀ ਅਰਥਾਂ ਵਿੱਚ ਉਹ ਸੱਚੀ ਸੁੱਚੀ ਇਨਸਾਨੀਅਤ ਨੂੰ ਅਪਣਾਉਣਾ ਚਾਹੁੰਦਾ, ਤਾਂ ਉਹਨੂੰ ਇਹ ਲਾਵਾਂ ਲੈਣੀਆਂ ਪੈਣਗੀਆਂ। ਚਾਹੇ ਉਹ ਰਾਜਨੀਤਿਕ ਆ, ਜੇਕਰ ਚੰਗਾ ਰਾਜਨੀਤਿਕ ਬਣਨਾ ਚਾਹੁੰਦਾ, ਚੰਗਾ ਉਹ ਦੁਕਾਨਦਾਰ ਬਣਨਾ ਚਾਹੁੰਦਾ, ਬਿਜ਼ਨਸਮੈਨ ਬਣਨਾ ਚਾਹੁੰਦਾ, ਗੱਲ ਕੀ ਕਿਸੇ ਵੀ ਖੇਤਰ ਵਿੱਚ ਵਿਚਰਦੇ ਆ, ਜੇਕਰ ਇਨਸਾਨ ਨੇ ਸਹੀ ਅਰਥਾਂ ਵਿੱਚ ਸੱਚੀਆਂ ਕਦਰੋ ਕੀਮਤਾਂ ਨੂੰ ਅਪਣਾਉਣਾ, ਜਿਸ ਨੂੰ ਧਾਰਮਿਕ ਸ਼ਬਦਾਵਲੀ ਵਿੱਚ ਆਖਿਆ ਗਿਆ ਰੱਬ ਨਾਲ ਜੁੜਨਾ, ਤਾਂ ਉਹਦੇ ਲਈ ਇਹ ਸਟੈਪ ਪੁੱਟਣੇ ਜ਼ਰੂਰੀ ਆ। ਜਿਵੇਂ ਪਹਿਲਾਂ ਮੈਂ ਬੇਨਤੀ ਕਰ ਚੁੱਕਾ ਕਿ ਪੰਥ ਨੇ ਫੈਸਲਾ ਕੀਤਾ ਕਿ ਅਸੀਂ ਆਨੰਦ ਦੇ ਸਮੇਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਪਾਠ ਹੁੰਦਾ, ਪਰ ਅਸੀਂ ਜੋ ਸਮੁੱਚੇ ਰੂਪ ਵਿੱਚ ਇਹਦਾ ਭਾਵ ਜਿਹੜਾ ਉਹਦੀ ਗੱਲ ਕਰ ਰਹੇ ਹਾਂ, ਇਸ ਲਈ ਕੇਵਲ ਵਿਆਹੰਦੜ ਜੋੜੇ ਲਈ ਨਹੀਂ, ਬੱਚੇ ਲਈ ਨਹੀਂ, ਬਲਕਿ ਹਰ ਇਨਸਾਨ ਲਈ ਇਹ ਕਦਮ ਪੁੱਟਣਾ ਜ਼ਰੂਰੀ ਆ। ਹੁਣ ਆਪਾਂ
ਇਸ ਪਾਵਨ ਪੰਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰ ਪਹਿਲੜੀ ਲਾਮ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਭੂ ਨੂੰ, ਉਸ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਆਖਿਆ ਕਿ हे ਪ੍ਰਭੂ, ਰਾਮ ਇੱਥੇ ਲਿਖਾਏਗਾ ਉਸ ਸਾਰਿਆਂ ਵਿੱਚ ਰਮੇ ਹੋਏ ਪ੍ਰਭੂ ਤੋਂ ਕਿ हे ਅਕਾਲ ਪੁਰਖ ਵਾਹਿਗੁਰੂ ਪ੍ਰਭੂ ਜੀਓ, ਬਲ ਤੋਂ ਇੱਥੇ ਪਾਵਾ ਬਲਿਹਾਰ ਸਦਕੇ ਕੁਰਬਾਨ। ਮੈਂ ਤੇਥੋਂ ਕੁਰਬਾਨ ਹਾਂ, ਤੇਥੋਂ ਬਲਿਹਾਰ ਹਾਂ, ਔਰ ਤੇਰੀ ਹੀ ਮਿਹਰ ਨਾਲ, ਬਖਸ਼ਿਸ਼ ਨਾਲ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਔਰ ਗੁਰੂ ਨੇ ਮੈਨੂੰ ਜਿਹੜਾ ਪ੍ਰਵਿਰਤੀ ਕਰਮ ਦ੍ਰਿੜ ਕਰਵਾਇਆ। ਗੁਰਬਾਣੀ ਵਿੱਚ ਦੋ ਹੀ ਮਾਰਗ ਦੱਸੇ ਆ, ਇੱਕ ਪ੍ਰਵਿਰਤੀ ਮਾਰਗ ਆ, ਇੱਕ ਨਰਵਿਰਤੀ ਆ। ਇਸ ਲਈ ਗੁਰੂ ਸਾਹਿਬ ਨੇ ਇਹ ਖਿਆਲ ਦਿੱਤਾ ਕਿ ਜਿਹੜਾ ਸੱਚਮੁੱਚ ਗੁਰੂ ਦੇ ਸਨਮੁਖ ਹੋਇਆ ਪ੍ਰਾਣੀ, ਗੁਰਮੁਖ ਪਰਵਿਰਤ ਨਰਵਿਰਤ ਪਛਾਣੈ, ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਕੀ ਤਿਆਗਣ ਯੋਗ ਆ ਔਰ ਕੀ ਗ੍ਰਹਿਣ ਕਰਨ ਯੋਗ ਆ, ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ। ਇਸ ਗੱਲ ਦੀ ਜਿਹੜੀ ਆ ਉਹਨੂੰ ਸਮਝ ਆ ਜਾਂਦੀ ਆ, ਔਰ ਸਹੀ ਅਰਥਾਂ ਵਿੱਚ ਗੁਰੂ ਮਨੁੱਖ ਨੂੰ ਦ੍ਰਿੜੀ ਹੀ ਕਰਾਉਂਦਾ ਕਿ ਇੱਕ ਸੱਚੀ ਸੁੱਚੀ ਇਨਸਾਨੀਅਤ ਲਈ, ਸਫਲਤਾ ਲਈ ਕਿਹੜੇ ਕਰਮ ਕਰਨ ਜ਼ਰੂਰੀ ਆ ਔਰ ਕਿਹਨਾਂ ਦਾ ਤਿਆਗ ਕਰਨਾ ਲਾਜ਼ਮੀ ਆ। ਤਾਂ ਇੱਥੇ ਕਰਮ ਦੀ ਗੱਲ ਕੀਤੀ ਹੈ ਕਿ ਕਰਮ 'ਚ ਦ੍ਰਿੜ ਕਰਵਾਇਆ, ਪ੍ਰਵਿਰਤੀ ਕਰਮ 'ਚ ਦ੍ਰਿੜ ਕਰਵਾਇਆ। ਕਿਹੜੇ ਕਰਮ, ਕਿਉਂਕਿ ਕਰਮ ਆਪਣੇ ਆਪ ਵਿੱਚ ਬੜੇ ਮਹੱਤਵਪੂਰਨ ਆ। ਜਪਤੀ ਦਾ ਜਿਹੜਾ ਦੂਜਾ ਸ਼ਲੋਕ ਆ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਇਹ ਕਹਿੰਦੇ ਆ ਕਿ ਕਰਮੀ ਆਪੋ ਆਪਨੇ ਕੇ ਨੇੜਾ ਕੇ ਦੂਰ, ਔਰ ਜਦੋਂ 12ਵਾਂ ਮਾਝ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਕਰਮਾਂ ਦੀ ਮਹੱਤਤਾ ਵਾਲੀ ਇਸ਼ਾਰਾ, ਕਿਉਂਕਿ ਕਰਮ ਵਿੱਚ ਮਨੁੱਖ ਸੁਤੰਤਰ ਆ, ਇਹਦੇ ਵਿੱਚ ਆਜ਼ਾਦ ਆ। ਤੋ ਆਪਣੇ ਕਰਮ ਕਰਕੇ ਹੀ ਕੋਈ ਰੱਬ ਦੇ ਨੇੜੇ ਆ, ਕੋਈ ਦੂਰ ਆ। ਇਹਨੂੰ ਇੰਝ ਵੀ ਆਖਿਆ ਕਿ ਕਰਮ ਕਰਕੇ ਹੀ ਕੋਈ ਮਨਮੁਖ ਆ, ਕੋਈ ਸਨਮੁਖ ਆ, ਕੋਈ ਪ੍ਰਭੂ ਦੀ ਨੇੜਤਾ ਦਾ ਨਿਗ ਮਾਰ ਰਿਹਾ, ਕੋਈ ਤੋਂ ਦੂਰ ਹੋ ਕੇ ਨਰਕਾਂ ਦੀ ਅਗਨ ਵਿੱਚ ਸੜ ਬਲ ਰਿਹਾ। ਇਸੇ ਲਈ ਗੁਰਬਾਣੀ ਦੀ ਜੀਵਨ ਜੁਗਤ ਵਿੱਚ ਜਨਮ ਤੋਂ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਆਖਿਆ, ਨਾ ਕਿਸੇ ਨੂੰ ਸਨਮੁਖ ਆਖਿਆ, ਨਾ ਮਨਮੁਖ ਆਖਿਆ। ਸਨਮੁਖ ਜਾਂ ਮਨਮੁਖ ਮਨੁੱਖ ਦੇ ਉਹਨੂੰ ਕਰਮ ਬਣਾਉਂਦੇ ਆ ਕਿ ਉਹਦੇ ਕਰਮ ਸਨਮੁਖਾਂ ਵਾਲੇ ਆ ਜਾਂ ਮਨਮੁਖਾਂ ਵਾਲੇ ਆ। ਇਹਨੂੰ ਹੀ ਆਧਾਰ ਬਣਾ ਉਹਨੂੰ ਸਨਮੁਖ ਜਾਂ ਬੇਮੁਖ ਆਖਿਆ ਕਰਾਰ ਦਿੱਤਾ ਹੋਇਆ। ਤੇ ਇੱਥੇ ਗੁਰੂ ਸਾਹਿਬ ਜਦੋਂ ਪਹਿਲੀ ਲਾਮ ਵਿੱਚ ਹੀ ਆਖਦੇ ਆ ਕਿ ਪ੍ਰਵਿਰਤੀ ਕਰਮ ਦ੍ਰਿੜਾਇਆ, ਕਿ ਗੁਰੂ ਨੇ, ਸਤਿਗੁਰੂ ਨੇ, ਕਿਉਂਕਿ ਬਾਕੀ ਅਗਲੇ ਛੰਦ ਦੇ ਦੂਜੇ ਪਦੇ ਵਿੱਚ ਦੱਸਿਆ ਆ ਗੁਰੂ, ਕਿ ਗੁਰੂ ਪ੍ਰਭੂ ਨੇ ਮਿਲਾਇਆ, ਉਹਦੀ ਬਖਸ਼ਿਸ਼ ਹੋਈ। ਤਾਂ ਇਸ ਲਈ ਅਸੀਂ ਪੂਰਾ ਛੰਦ ਜਿਉਂਗੇ ਇੱਕ ਵਿਸ਼ਾ ਚੱਲ ਰਿਹਾ, ਉਹਦੇ ਆਲੇ ਦੁਆਲੇ ਘੁੰਮ ਰਹੇ ਆ। ਇਸ ਲਈ ਭਾਵੇਂ ਇੱਥੇ ਸਿੱਧੇ ਤੌਰ 'ਤੇ ਗੁਰੂ ਦਾ ਜ਼ਿਕਰ ਨਹੀਂ, ਪਰ ਅਸੀਂ ਸਮੁੱਚੇ ਭਾਵ ਨੂੰ, ਜੋ ਛੰਦ ਦਾ, ਉਹਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਹ ਗੱਲ ਆਖ ਰਹੇ ਹਾਂ, ਇਸ ਪੰਕਤੀ ਦੇ ਅਰਥ ਕਰਨ ਲੱਗੇ ਹਾਂ ਕਿ ਪ੍ਰਭੂ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਤਾਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ। ਤਾਂ ਗੁਰੂ ਨੇ ਸਾਨੂੰ ਦਰਸਾਇਆ ਕਿ ਜਿਹੜਾ ਆਹ ਕਰਮ ਕਰਨ, ਜਿਹੜਾ ਇਹ ਕਰਨ ਯੋਗ ਆ, ਉਹਨੇ ਸਾਨੂੰ ਤਿਆਗ ਨਹੀਂ ਸਿਖਾਇਆ। ਹਾਂ, ਤਿਆਗ ਸਿਖਾਇਆ, ਪਰ ਤਿਆਗ ਕਿਹਦਾ ਕਰਨਾ? ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਔਰ ਇਹ ਸਪਸ਼ਟ ਕੀਤਾ ਕਿ ਬਨ ਬਿਨ ਹਉ ਤਿਆਗ ਕਹਾਂ ਕੋ ਤਿਆਗੀ। तो उसने ਜਿਹੜਾ ਉਹ ਕਰਮ ਦ੍ਰਿੜ ਕਰਵਾਇਆ ਜਿਸ ਕਰਮ ਨੂੰ ਇਥੇ ਨਾਮ ਸਿਮਰਨ ਆਖਿਆ, ਨਾਮ ਧਰਮ ਆਖਿਆ, ਪ੍ਰਭੂ ਦੀ ਸਿਫਤ ਸਲਾਹ ਆਖਿਆ। ਤੋ ਇਹ ਜਿਹੜਾ ਕਰਮ ਸੀ, ਇਸ ਕਰਮ ਦ੍ਰਿੜ ਕਰਾਇਆ, ਸਾਨੂੰ ਦ੍ਰਿੜ ਕਰਵਾਇਆ ਕਿ ਅਸੀਂ ਇਹਨਾਂ ਕਰਮਾਂ ਤੋਂ ਮੂੰਹ ਨਹੀਂ ਮੋੜਨਾ। ਤੋ ਇਹ ਜਿਹੜਾ ਜਦੋਂ ਨਾਮ ਸਿਮਰਨ ਦੀ ਗੱਲ ਕਰਦੇ ਆ, ਜਿੱਥੇ ਜਿਵੇਂ ਗੁਰੂ ਸਾਹਿਬ ਤੇ ਕਹਿ ਰਹੇ ਆ ਕਿ ਪਰਵਿਰਤੀ ਕਰਮ ਦ੍ਰਿੜਾਇਆ, ਇਹ ਸਾਨੂੰ ਇਹਦਾ ਨਿਸ਼ਚਾ ਕਰਾਇਆ, ਸਾਡੇ ਹਿਰਦੇ ਵਿੱਚ ਵਸਾਇਆ, ਇਹਦੀ ਅਹਿਮੀਅਤ ਨੂੰ ਸਾਨੂੰ ਦ੍ਰਿੜ ਕਰਵਾਇਆ। ਇਹ ਜਿਹੜਾ ਉਦਮ ਆ ਸਤਿਗੁਰੂ ਦੀ ਬਖਸ਼ਿਸ਼ ਨਾਲ ਮਨੁੱਖ ਨੇ ਫਿਰ ਕਰਮ ਖੇਤਰ ਵਿੱਚ ਕਦਮ ਰੱਖਿਆ। ਹੁਣ ਇਹ ਕਦਮ ਖੇਤਰ ਅਸੀਂ ਭਾਵੇਂ ਆਨੰਦ ਦਾ ਲੈ ਲਈਏ, ਵਿਆਹ ਦਾ ਲੈ ਲਈਏ, ਭਾਵੇਂ ਅਸੀਂ ਕੋਈ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਖੇਤਰ ਬਾਰੇ ਲੈ ਲਈਏ, ਚਾਹੇ ਉਹ ਇਨਸਾਨੀਅਤ ਨਾਲ ਸੰਬੰਧਿਤ ਕੋਈ ਵੀ ਜਿਹੜਾ ਉਹ ਪਹਿਲੂ ਆ,
ਅਸੀਂ ਉਹ ਲੈ ਲਈਏ। ਤੋਂ ਅਸੀਂ ਹਰ ਥਾਂ ਜਿਹੜੀ ਇਨਸਾਨੀਅਤ ਆ, ਮਨੁੱਖਤਾ, ਉਹਨੂੰ ਅਸੀਂ ਬਰਕਰਾਰ ਰੱਖਣਾ, ਉਹਦੇ ਤੋਂ ਅਸੀਂ ਮੂੰਹ ਨਹੀਂ ਮੋੜਨਾ, ਉਹਨੂੰ ਹਮੇਸ਼ਾ ਅਸੀਂ ਕਾਇਮ ਰੱਖਣਾ। ਤੋਂ ਇਹ ਜਿਹੜਾ ਉਪਰਾਲਾ ਪ੍ਰਵਿਰਤੀ ਕਰਨ ਵਾਲਾ, ਇਹ ਜੀਵ ਦੀ, ਪ੍ਰਾਣੀ ਦੀ, ਇਸਤਰੀ ਹੈ ਚਾਹੇ ਪੁਰਸ਼ ਆ, ਇਹ ਪ੍ਰਭੂ ਨਾਲ ਪਹਿਲੀ ਲਾਮ ਆ। ਲਾਮ ਦਾ ਉਂਝ ਆਖਰੀ ਅਰਥ ਜਿਹੜਾ ਹੈਗਾ ਉਹ ਆ ਤੋੜਨ ਦੀ ਪ੍ਰਕਿਰਿਆ, ਅਤੇ ਦੂਜਾ ਅਰਥ ਇਹਦਾ ਕਿ ਵਿਆਹ ਸਮੇਂ ਦੀ ਪ੍ਰਕਰਮਾ। ਜਦੋਂ ਇਹ ਮੰਨਿਆ ਜਾਂਦਾ ਕਿ ਜਿਹੜੀ ਇਸਤਰੀ ਆ ਉਹ ਆਪਣੇ ਪਿਤਾ ਦੇ ਘਰ ਨਾਲੋਂ ਸੰਬੰਧ ਤੋੜ ਕੇ ਉਹ ਪਤੀ ਦੇ ਘਰ ਨਾਲ ਉਹਦਾ ਸੰਬੰਧ ਜੁੜਦਾ। ਤੋ ਇੱਥੇ ਕੇਵਲ ਪਤੀ ਪਤਨੀ, ਜਿਵੇਂ ਪਹਿਲਾਂ ਆਪਾਂ ਕਹਿ ਚੁੱਕੇ ਹਾਂ ਕਿ ਕੇਵਲ ਪਤੀ ਪਤਨੀ ਦੀ ਗੱਲ ਨਹੀਂ, ਇੱਥੇ ਉੱਥੇ ਹਰ ਮਨੁੱਖ ਦੀ, ਜਿਹਨੇ ਕਿ ਗੁਰੂ ਸਾਹਿਬ ਨੇ ਜਦੋਂ ਆਖਿਆ ਕਿ ਲਿਵ ਧਾਤ ਦੋ ਰਾਹ ਹੈ, ਕਿ ਦੋ ਹੀ ਰਾਹ, ਇੱਕ ਲਿਵ ਦਾ, ਇੱਕ ਧਾਤ ਦਾ, ਇੱਕ ਪ੍ਰਭੂ ਦਾ, ਇੱਕ ਮਾਇਆ ਦਾ, ਇੱਕ ਮਨਮੁਖਤਾ ਦਾ, ਇੱਕ ਸਨਮੁਖਤਾ ਦਾ। ਤੋ ਜਿਨ੍ਹਾਂ ਨੇ ਵੀ ਜਿਹੜਾ ਧਾਤ ਦਾ, ਮਾਇਆ ਦਾ ਰਾਹ ਤਿਆਗਣਾ, ਉਹਨਾਂ ਲਈ ਇਸ ਪ੍ਰਵਿਰਤੀ ਕਰਮ ਵਿੱਚ ਕਦਮ ਰੱਖਣਾ ਜ਼ਰੂਰੀ ਆ, ਲਾਜ਼ਮੀ ਆ। ਜਿਹੜਾ ਇਹ ਲਾਵਾਂ ਪ੍ਰਾਣਾ ਇਹ ਕਰਨਾ ਜ਼ਰੂਰੀ ਆ। ਇਹ ਭਾਵੇਂ ਅਸੀਂ ਵਿਆਹੁੰਦੇ ਬੱਚਿਆਂ ਤੇ ਜੋੜ ਲਈਏ, ਉਹਨਾਂ ਨਾਲ ਸੰਬੰਧਿਤ ਕਰ ਲਈਏ, ਚਾਹੇ ਅਸੀਂ ਕਿਸੇ ਵੀ ਵਿਅਕਤੀ ਨਾਲ। ਤੋ ਅਸੀਂ ਜੋ ਕਿ ਮੁੱਖ ਰੂਪ ਵਿੱਚ ਇਸੇ ਆਨੰਦ ਦੀ ਗੱਲ ਕਰ ਰਹੇ ਹਾਂ, ਆਨੰਦ ਸੰਸਕਾਰ ਦੀ ਗੱਲ ਕਰ ਰਹੇ ਹਾਂ, ਇਸ ਲਈ ਅਸੀਂ ਇਸ ਨੂੰ ਸੀਮਤ ਕਰਦੇ ਹੋਏ ਜਿਹੜਾ ਪ੍ਰਵਿਰਤੀ ਕਰਮ ਆ ਇਹ ਅਸੀਂ ਬੱਚੇ ਤੱਕ ਸੀਮਤ ਕਰ ਰਹੇ ਹਾਂ। ਕਿ ਜਿਹੜਾ ਗ੍ਰਸਤੀ ਮਾਰਗ ਆ, ਗ੍ਰਸਤ ਮਾਰਗ ਆ, ਗੁਰਮਤਿ ਵਿੱਚ ਇਸ ਦੀ ਬੜੀ ਅਹਿਮੀਅਤ ਆ, ਬੜੀ ਵਡਿਆਈ ਆ। ਇਸ ਲਈ ਇਹ ਗੁਰੂ ਨੇ ਸਾਨੂੰ ਦ੍ਰਿੜ ਕਰਵਾਇਆ ਕਿ ਇਹ ਵੀ ਰੱਬ ਦੀ ਬੰਦਗੀ ਦਾ ਇੱਕ ਰੂਪ ਆ, ਉਹਦੇ ਹੁਕਮ, ਉਹਦਾ ਹੁਕਮੀ ਬੰਦਾ ਬਣਨ ਦਾ ਹੀ ਉਠਾਇਆ ਹੋਇਆ ਕਦਮ ਆ ਕਿ ਅਸੀਂ ਗ੍ਰਸਤ ਧਰਮ ਨੂੰ ਅਪਣਾਉਣਾ। ਗ੍ਰਸਤ ਧਰਮ ਨੂੰ ਅਪਣਾ ਕੇ ਜੋ ਇੱਕ ਗ੍ਰਸਤੀ ਦੇ ਫਰਜ਼ ਆ, ਉਹਨਾਂ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ। ਤੋ ਇਹ ਜਿਹੜੀ ਲਾਮ ਆ, ਇਹ ਜਿਹੜਾ ਪਹਿਲੀ ਪ੍ਰਕਰਮਾ, ਪਹਿਲੀ ਲਾਮ ਆ ਉਸ ਪ੍ਰਭੂ ਨਾਲ, ਇਹ ਜਿਹੜਾ ਕਰਮ ਉਹਨੇ ਦ੍ਰਿੜ ਕਰਵਾਇਆ ਸਾਨੂੰ। ਅਸੀਂ ਨਰਵਿਰਤੀ ਜਿਹੜਾ ਕਰਮ ਸੀ ਉਹਨੂੰ ਤਿਆਗ ਦਿੱਤਾ, ਪਰ ਵਿਰਤ ਨੂੰ ਅਪਣਾਇਆ। ਤਿਆਗ ਦੀ ਕਥਤ ਜਿਹੜੀ ਬਿਰਤੀ ਸੀ ਉਸ ਤੋਂ ਆਪਣੇ ਆਪ ਨੂੰ ਉੱਪਰ ਉਠਾ ਕੇ ਜਿਹੜੀ ਵਿਹਾਰ ਦੀ ਲਗਨ ਉਹ ਆਪਣੇ ਵਿੱਚ ਪੈਦਾ ਕੀਤੀ। ਤੋ ਦੂਜੀ ਪੰਕਤੀ ਵਿੱਚ ਜਦੋਂ ਮਹਾਰਾਜ ਕਹਿੰਦੇ ਆ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਬਾਣੀ, ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼ ਸਾਡੇ ਲਈ, ਗੁਰੂ ਗ੍ਰੰਥ ਸਾਹਿਬ ਦੀ ਜੋ ਸਿੱਖਿਆ ਬਾਣੀ ਆ, ਸਾਡੇ ਲਈ ਇਹੀ ਬ੍ਰਹਮਾ ਦਾ ਵੇਦ ਆ। ਵੈਦਿਕ ਮਤ ਵਿੱਚ ਜਿਹੜੇ 4 ਵੇਦ ਆ, ਗੁਰੂ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੇ ਇਸ ਰਸਤੇ ਨੂੰ ਅਪਣਾਇਆ, ਉਹਨਾਂ ਲਈ ਜਾਂ ਆਖੀਏ ਸਿੱਖ ਲਈ, ਉਸ ਮਨੁੱਖ ਲਈ ਜਿਹੜਾ ਸੱਚਮੁੱਚ ਉਸ ਰੱਬ ਦੇ ਦੁਆਲੇ ਇਹ ਪ੍ਰਕਰਮਾ ਕਰਨਾ ਚਾਹੁੰਦਾ, ਕਰ ਰਿਹਾ, ਭਾਵ ਰੱਬ ਨਾਲ ਜੁੜਨਾ ਚਾਹੁੰਦਾ, ਉਹਦੇ ਲਈ ਜਿਹੜੀ ਗੁਰੂ ਕੀ ਬਾਣੀ ਆ, ਉਹ ਬਾਣੀ ਜਿਸ ਬਾਰੇ ਆਖਿਆ ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ, ਜਿਹੜੀ ਕਿ ਦੂਸਰੇ ਸਾਧਨ ਦੁਆਰਾ ਸਾਡੇ ਤੱਕ ਨਹੀਂ ਅਪੜੀ, ਜਿਹੜੀ ਕਿ ਮੁੱਖ ਸਾਧਨ ਦੁਆਰਾ ਹੀ ਸਾਡੇ ਤੱਕ ਪਹੁੰਚੀ ਆ, ਜਿਹੜੀ ਅਨੁਭਵ ਦੀ ਬਾਣੀ ਆ, ਜਿਹੜੇ ਖਿਆਲੀ ਪਲਾਉ ਨਹੀਂ, ਕਾਲਪਨਿਕ ਉਡਾਰੀਆਂ ਮਾਰ ਕੇ ਇੱਕ ਨੁਕਰੇ ਬੈਠ ਕੇ ਉਚਾਰੀ ਲਿਖੀ ਹੋਈ ਨਹੀਂ, ਬਲਕਿ ਪ੍ਰਭੂ ਨਾਲ ਇੱਕ ਸੁਰ ਹੋ ਕੇ ਉਸ ਅਨੁਭਵ ਵਿੱਚੋਂ ਉਪਜੀ ਆ। ਮਹਾਰਾਜ ਫਰਮਾਉਂਦੇ ਆ ਕਿ ਇਹ ਜਿਹੜੀ ਬਾਣੀ ਆ ਇਹੀ ਬ੍ਰਹਮਾ ਦਾ ਵੇਦ ਆ, ਉਸ ਲਈ ਇਸ ਤੋਂ ਬਾਅਦ ਹੋਰ ਕੋਈ ਵੇਦ ਨਹੀਂ, ਕੋਈ ਗਿਆਨ ਨਹੀਂ। ਆਤਮਿਕ ਸੋਝੀ ਲਈ, ਰੱਬ ਲਈ ਜੁੜਨ ਲਈ ਉਸ ਲਈ ਹੋਰ ਕੋਈ ਦੂਸਰਾ ਹੋਰ ਐਸਾ ਸਾਧਨ ਨਹੀਂ। ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਇਹ ਜਿਹੜਾ ਧਰਮ ਆ ਗੁਰੂ ਨੇ ਸਾਨੂੰ ਦ੍ਰਿੜ ਕਰਵਾਇਆ ਪ੍ਰਵਿਰਤੀ ਕਰਮ ਦਾ, ਇਹ ਜਿਹੜਾ ਕਰਮ ਆ ਨਾਮ ਸਿਮਰਨ ਦਾ, ਇਨਸਾਨੀਅਤ ਦਾ, ਮਨੁੱਖਤਾ ਦਾ, ਜੋ ਸਾਡਾ ਜਾਂ ਸਧਾਰਨ ਭਾਸ਼ਾ ਵਿੱਚ ਆਖੀਏ ਕਿ ਜੋ ਮਨੁੱਖੀ ਫਰਜ਼ ਆ, ਜਿਹੜਾ ਸੱਚਮੁੱਚ ਇਨਸਾਨੀਅਤ ਨੂੰ ਬਰਕਰਾਰ ਰੱਖਣ ਵਿੱਚ ਸਹਾਇਕ ਆ, ਇਹ ਜਿਹੜਾ ਧਰਮ ਆ ਨਾਮ ਧਰਮ, ਇਸ ਧਰਮ ਨੂੰ ਜਿਹੜਾ ਸਾਨੂੰ ਗੁਰੂ ਕੀ ਬਾਣੀ ਵਿੱਚੋਂ ਮਿਲਦਾ, ਜਿਹਦਾ ਸੋਮਾ ਗੁਰੂ ਕੀ ਬਾਣੀ ਆ, ਇਸ ਬਾਣੀ ਵਿੱਚੋਂ, ਇਸ ਬਾਣੀ ਦੁਆਰਾ ਇਹ ਜਿਹੜਾ ਧਰਮ ਸਾਨੂੰ ਦ੍ਰਿੜ ਕਰਵਾਇਆ ਗਿਆ ਮਨੁੱਖੀ ਫਰਜ਼, ਇਸ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਦ੍ਰਿੜ ਕਰੋ। ਇਸ ਨੂੰ ਦ੍ਰਿੜ ਕਰਨਾ
ਔਰ ਇਹ ਕਰਨ ਨਾਲ ਕੀ ਹੋਊਗਾ? ਪਾਪ ਤਜਾਇਆ, ਜਿਹੜਾ ਪਾਪ ਆ ਉਹ ਦੂਰ ਹੋ ਜਾਊਗਾ, ਮਿਟ ਜਾਊਗਾ, ਸਾਨੂੰ ਚੰਗੇ ਮਾੜੇ ਦੀ ਸਮਝ ਆ ਜਾਊਗੀ। ਇਹ ਹੁਣ ਜੇ ਅਸੀਂ ਇਸਤਰੀ ਭਰਤਾ ਦੀ ਗੱਲ ਕਰੀਏ ਤਾਂ ਇਹ ਦੋਵਾਂ ਲਈ ਜ਼ਰੂਰੀ ਆ ਕਿ ਇਸ ਆਪੋ ਆਪਣੇ ਧਰਮ ਦੀ ਉਹ ਪਹਿਚਾਨ ਕਰਨ, ਪਹਿਚਾਨ ਕਰਕੇ ਦੋਵਾਂ ਦੀ ਜਿਹੜੀਆਂ ਉਹਨਾਂ ਦੀਆਂ ਜੋ ਇੱਛਾਵਾਂ, ਉਹਨਾਂ ਦੀ ਜੋ ਸੋਚ ਆ, ਉਹ ਜਿਸ ਢੰਗ ਨਾਲ ਜਿਉਣਾ ਚਾਹੁੰਦੇ ਆ, ਉਹਨਾਂ ਦਾ ਜੋ ਵਿਸ਼ਵਾਸ ਆ, ਉਹਨੂੰ ਜਿਹੜਾ ਉਹ ਇਮਾਨਦਾਰੀ ਨਾਲ ਸਮਝ ਕੇ ਇੱਕ ਦੂਜੇ ਨੂੰ ਸਹਿਯੋਗ ਦੇਣ। ਔਰ ਇਹਦੇ ਨਾਲ ਕੇਵਲ ਇਸਤਰੀ ਭਰਤਾ ਤੱਕ ਹੀ ਨਹੀਂ, ਬਲਕਿ ਉਹਨਾਂ ਦਾ ਆਪਣੇ ਮਾਪਿਆਂ ਪ੍ਰਤੀ, ਸਮਾਜ ਪ੍ਰਤੀ, ਕੌਮ ਪ੍ਰਤੀ, ਦੇਸ਼ ਪ੍ਰਤੀ, ਔਰ ਵੱਡੀ ਗੱਲ ਇਨਸਾਨੀਅਤ ਪ੍ਰਤੀ ਜੋ ਉਹਨਾਂ ਦਾ ਫਰਜ਼ ਆ, ਧਰਮ ਆ, ਉਹਨੂੰ ਵੀ ਉਹ ਇਸ ਵਿੱਚੋਂ ਸਮਝ ਕੇ ਉਹਨੂੰ ਉਹ ਨਿਭਾਉਣ। ਤਾਂ ਜਿਹੜਾ ਪਾਪ ਆ ਇਹ ਆਪਣੇ ਆਪ ਮਿਟ ਜਾਊਗਾ। ਪਾਪ ਜਿਹੜਾ ਕੁਕਰਮ ਆ, ਕੁਕਰਮਾਂ ਦੇ ਰਸਤੇ ਵੱਲ, ਧਾਤ ਦੇ ਰਸਤੇ ਵੱਲ ਉਹ ਕਦਮ ਨਹੀਂ ਰੱਖਣਗੇ। ਉਸ ਰਸਤੇ ਉੱਤੇ ਕਦਮ ਰੱਖਣਗੇ ਜਿਹੜਾ ਕਦਮ, ਜਿਸ ਰਸਤੇ ਉੱਤੇ ਕਦਮ ਰੱਖੇ ਆ ਅਸੀਂ ਵਾਹਿਗੁਰੂ ਨਾਲ ਨੇੜਤਾ ਦਾ ਨਿੱਘ ਮਾਣ ਸਕਦੇ ਹਾਂ। ਜਿਸ ਰਸਤੇ ਉੱਤੇ ਤੁਰਿਆ ਜਿਹੜੀ ਇਨਸਾਨੀਅਤ ਦੀ ਮਹਿਕ ਆ, ਖੁਸ਼ਬੂ ਆ, ਉਹ ਮਾਣ ਸਕੀਦਾ। ਤੋ ਇਹਨੂੰ ਆਖਿਆ ਹੋਇਆ ਪਾਪ ਤਜਾਇਆ ਬਲਰਾਮ ਜੀਓ। ਪਰ ਦੂਜੀ ਪੰਕਤੀ ਵਿੱਚ ਫਰਮਾਉਂਦੇ ਆ ਕਿ ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਧਰਮ ਦ੍ਰਿੜੋ, ਇਹ ਜਿਹੜਾ ਧਰਮ ਦੀ ਗੱਲ ਕਰ ਰਹੇ ਆ, ਜੋ ਸਾਨੂੰ ਗੁਰੂ ਨੇ ਦ੍ਰਿੜ ਕਰਵਾਇਆ, ਭਾਵ ਜਿਹੜੀ ਜੀਵਨ ਜੁਗਤ, ਜੀਵਨ ਦਾ ਢੰਗ ਸਾਨੂੰ ਗੁਰੂ ਨੇ ਸਮਝਾਇਆ, ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਟਿਕਾ ਕੇ ਉਸ ਪ੍ਰਭੂ ਨੂੰ ਸਿਮਰੋ ਔਰ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰਨਾ ਹੀ ਉਸ ਪ੍ਰਭੂ ਨੂੰ ਧਿਆਉਣਾ। ਜੇ ਅਸੀਂ ਦੂਜੇ ਸ਼ਬਦਾਂ ਵਿੱਚ ਆਖੀਏ, ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ, ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਕਿ ਗੁਰੂ ਨੂੰ ਮਿਲ ਕੇ ਗੁਰੂ ਦੇ ਦੱਸੇ ਹੋਏ ਰਸਤੇ ਤੁਰਨ ਨਾਲ ਕੀ ਹੋਊਗਾ? ਕਿ ਸਾਨੂੰ ਸਮਝ ਆ ਜਾਊਗੀ ਕਿ ਅਸੀਂ ਹੱਸਣਾ ਕਿਹੜੀ ਗੱਲੋਂ ਆ, ਹੱਸਣਾ ਕਿਤੇ, ਇਹ ਨਹੀਂ ਹੱਸਣਾ ਨਹੀਂ, ਪਰ ਹਾਸਾ ਸਾਡਾ ਜਿਹੜਾ ਉਹ ਕਿਸ ਦੇ ਆਧਾਰਿਤ ਹੋਵੇ। ਅਸੀਂ ਆਮ ਤੌਰ ਤੇ ਹੱਸਦੇ ਹਾਂ ਦੂਜਿਆਂ ਦੀ ਕਮਜ਼ੋਰੀ, ਦੂਜਿਆਂ ਦੀ ਬੇਬਸੀ, ਦੂਜਿਆਂ ਦੀ ਲਾਚਾਰੀ, ਦੂਜਿਆਂ ਦੀ ਗਰੀਬੀ, ਦੂਜਿਆਂ ਦੀ ਦਰਿਦਰਤਾ, ਦੂਜਿਆਂ ਦੀ ਅਗਿਆਨਤਾ। ਪਰ ਜਦੋਂ ਸਾਨੂੰ ਸਮਝ ਆ ਗਈ ਗੁਰੂ ਦੀ ਮੱਤ ਲੈ ਕੇ, ਤਾਂ ਫਿਰ ਅਸੀਂ ਹੱਸਾਂਗੇ, ਪਰ ਸਾਡਾ ਹਾਸਾ ਜਿਹੜਾ ਉਹ ਦੂਜਿਆਂ ਦੇ ਰੋਣਿਆਂ ਉੱਤੇ ਨਿਰਭਰ ਨਹੀਂ ਹੋਊਗਾ। ਅਸੀਂ ਪਹਿਨਾਂਗੇ ਵੀ, ਪਰ ਸਾਨੂੰ ਪਹਿਨਣ ਦਾ ਚੱਜ ਆਚਾਰ ਆ ਜਾਊਗਾ। ਸਾਨੂੰ ਅਸੀਂ ਖਾਣਾ ਕੀ ਆ, ਫਿਰ ਸਾਨੂੰ ਇਹ ਸਮਝ ਆ ਜਾਊਗੀ ਕਿ ਖਾਣਾ ਕੀ ਚਾਹੀਦਾ। ਤੋ ਗੱਲ ਕੀ ਕਿ ਸਾਨੂੰ ਜੀਵਨ ਦਾ ਜਿਹੜਾ ਚੱਜ ਆਚਾਰ ਆ ਉਹ ਆ ਜਾਊਗਾ, ਔਰ ਸਾਨੂੰ ਗੁਰੂ ਦੁਆਰਾ ਬਖਸ਼ਿਸ਼ ਕੀਤੀ ਹੋਈ ਸੋਝੀ ਨਾਲ ਇਹ ਜਿਹੜਾ ਜੀਵਨ ਦੇ ਵੱਖੋ ਵੱਖਰੇ ਪਹਿਲੂ ਆ, ਇਹਨਾਂ ਪਹਿਲੂਆਂ ਨੂੰ ਅਸੀਂ ਇਮਾਨਦਾਰੀ ਨਾਲ ਨਿਭਾ ਸਕੀਏ। ਇਹ ਨਿਭਾਉਣਾ ਹੈ ਉਸ ਪ੍ਰਭੂ ਨੂੰ ਸਹੀ ਅਰਥਾਂ ਵਿੱਚ ਧਿਆਉਣਾ। ਜੇਕਰ ਅਸੀਂ ਉਂਝ ਰੱਬ ਰੱਬ ਆਖੀ ਜਾਈਏ, ਪਰ ਸਾਨੂੰ ਜੀਵਨ ਦਾ ਇਹ ਚੱਜ ਆਚਾਰ ਨਾ ਹੋਵੇ, ਸਾਨੂੰ ਇਹ ਨਾ ਪਤਾ ਲੱਗੇ ਕਿ ਅਸੀਂ ਹੱਸਣਾ ਕਿਤੇ ਆ, ਖਾਣਾ ਕੀ ਆ, ਪਹਿਨਣਾ ਕੀ ਆ, ਖੇਡਣਾ ਕੀ ਆ, ਤਾਂ ਸਾਡਾ ਰੱਬ ਰੱਬ ਕਰਨ ਦਾ ਕੋਈ ਅਰਥ ਨਹੀਂ। ਤੋ ਇਸ ਲਈ ਇਹ ਆਖਿਆ ਕਿ ਧਰਮ ਦ੍ਰਿੜੋ ਹਰ ਨਾਮ ਤੇ ਆਵੋ। ਇਹ ਜਿਹੜਾ ਧਰਮ ਆ ਕਿ ਕਰਮਾਂ ਨੂੰ ਇੱਕ ਸੇਧ ਦੇਣਾ, ਇੱਕ ਮਰਿਆਦਾ ਵਿੱਚ ਰੱਖਣਾ, ਤੋ ਇਹ ਜਿਹੜਾ ਧਰਮ ਆ ਇਹਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਰੱਖੋ, ਦ੍ਰਿੜ ਕਰੋ। ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ। ਸਿਮਰਤੀਆਂ ਵੀ ਹਿੰਦੂ ਧਰਮ ਦੇ ਉਹ ਗ੍ਰੰਥ ਆ ਜਿਹੜੇ ਵੇਦਾਂ ਦੇ ਆਧਾਰਿਤ ਉਹਨਾਂ ਨੇ ਲਿਖੇ ਆ, ਉਹਨਾਂ ਨੂੰ ਯਾਦ ਕਰਕੇ, ਜੋ ਉਹਨਾਂ ਦੀ ਯਾਦ ਸ਼ਕਤੀ ਵਿੱਚ ਉਹਨਾਂ ਦਾ ਭਾਵ ਆ, ਉਹਨਾਂ ਸਮਝਿਆ, ਉਹਨਾਂ ਨੇ ਇਹਨਾਂ ਨੂੰ ਸਿਮਰਤੀਆਂ ਵਿੱਚ ਲਿਖਤੀ ਰੂਪ ਵਿੱਚ ਲਿਆਂਦਾ। ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਇੱਕ ਇਸ ਧਰਮ ਨੂੰ ਮੰਨਣ ਵਾਲਾ, ਉਹਦਾ ਕੀ ਫਰਜ਼ ਆ, ਉਸਨੇ ਕਿਹੜੇ ਨੇਮ, ਕੀ ਕਰਨਾ ਕੀ ਨਹੀਂ ਕਰਨਾ, ਕੀ ਖਾਣਾ ਕੀ ਨਹੀਂ ਖਾਣਾ, ਕੀ ਪਹਿਨਣਾ ਕੀ ਨਹੀਂ ਪਹਿਨਣਾ। ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਅਸਲ ਵਿੱਚ ਜਿਹੜਾ ਗੁਰੂ ਦਾ ਦੱਸਿਆ ਹੋਇਆ ਰਸਤਾ, ਮਾਰਗ ਆ, ਇਹਨੂੰ ਅਪਣਾ ਕੇ ਉਸ ਕਰਤੇ ਨਾਲ ਜੁੜਨਾ, ਇਹਨਾਂ ਗੁਣਾਂ ਨੂੰ ਇਸ ਰੂਪ ਵਿੱਚ ਅਪਣਾਉਣਾ ਸਿੱਖ ਲਈ ਜਿਹੜਾ ਇਹੀ ਸਿਮਰਤੀ ਆ, ਇਹੀ ਸਿਮਰਤੀ ਦਾ ਗਿਆਨ ਆ, ਇਹੀ ਉਸਦੀ ਬਖਸ਼ੀ ਹੋਈ ਸੇਧ ਆ। ਇਸ ਲਈ ਸਿੱਖ ਲਈ ਸਿਮਰਤੀ ਦਾ ਜਿਹੜਾ ਉਹ ਇਸ ਰੂਪ ਵਿੱਚ ਕੋਈ ਮਹੱਤਵ ਨਹੀਂ। ਤੋ ਇੱਥੇ ਕੇਵਲ ਸਿਮਰਤੀ ਦੀ ਗੱਲ ਨਹੀਂ, ਬਲਕਿ ਉਸ ਹਰ ਧਰਮ ਗ੍ਰੰਥ ਦੀ ਗੱਲ ਆ
ਜਿਹਦੇ ਵਿੱਚ ਜਿਹੜਾ ਉਹ ਮਨੁੱਖ ਨੇ ਆਪਣੀ ਸਮਝ ਨਾਲ, ਆਪਣੀ ਸੋਚ ਨਾਲ, ਅਕਲ ਨਾਲ ਧਰਮ ਦੇ ਜਿਹੜਾ ਰਸਤਾ ਨਿਰਧਾਰਿਤ ਕੀਤਾ। ਉਹ ਜਿਹੜੇ ਸਾਡੇ ਗ੍ਰੰਥ ਆ, ਜਿਨ੍ਹਾਂ ਵਿੱਚ ਐਸਾ ਕੁਝ ਲਿਖਿਆ ਹੋਇਆ, ਉਹ ਵੀ ਆਉਂਦੇ ਆ, ਉਹ ਦੂਜੇ ਵੀ ਆਉਂਦੇ ਆ। ਤੋ ਸਿਮਰਤੀ ਸਮੁੱਚੇ ਰੂਪ ਵਿੱਚ ਉਹ ਧਰਮ ਗ੍ਰੰਥਾਂ ਦੀ ਮਰਿਆਦਾ ਜਿਹੜੀ ਕਿ ਮਨੁੱਖ ਨੇ ਬਣਾਈ ਆ, ਜਿਹਦੇ ਵਿੱਚ ਸੰਪਰਦਾਇਕਤਾ, ਜਿਸ ਦੇ ਵਿੱਚ ਕੱਟੜਤਾ, ਜਿਹਦੇ ਵਿੱਚ ਕਰਮ ਕਾਂਡ ਉਤੇ ਜ਼ਿਆਦਾ ਜ਼ੋਰ ਆ, ਨਾ ਕਿ ਆਚਰਨ ਉਤੇ। ਤੋ ਗੁਰੂ ਸਾਹਿਬ ਕਹਿੰਦੇ ਆ ਕਿ ਸਿੱਖ ਲਈ ਇਹ ਜਿਹੜਾ ਨਾਮ ਧਰਮ ਦਾ ਮਾਰਗ ਆ, ਇਹ ਮਾਰਗ ਹੀ ਇਹਦੇ ਲਈ ਸਿਮਰਤੀ ਆ। ਫਿਰ ਅੱਗੇ ਫਰਮਾਉਂਦੇ ਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਕਿ ਜਿਸ ਦੇ ਸ਼ੁਰੂ ਵਿੱਚ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਤਾਂ ਉੱਥੇ ਭਾਵੇਂ ਸਿੱਧਾ ਗੁਰੂ ਸ਼ਬਦ ਨਹੀਂ ਸੀ ਵਰਤਿਆ ਆ ਕਿ ਜਿਹੜਾ ਪ੍ਰਵਿਰਤੀ ਕਰਮ ਦ੍ਰਿੜਾਇਆ, ਕਿੰਨੇ ਦ੍ਰਿੜ ਕਰਵਾਇਆ। ਤਾਂ ਇੱਥੇ ਹੁਣ ਸਤਿਗੁਰੂ ਸ਼ਬਦ ਵਰਤਿਆ, ਕਿਉਂਕਿ ਸਤਿਗੁਰੂ ਦੀ ਗੱਲ ਹੀ ਸੀ ਕਿ ਗੁਰੂ ਨੇ ਹੀ ਸਾਨੂੰ ਇਹ ਪ੍ਰਵਿਰਤੀ ਮਾਰਗ ਦ੍ਰਿੜ ਕਰਵਾਇਆ ਕਿ ਆਹ ਪ੍ਰਵਿਰਤੀ ਮਾਰਗ ਆ, ਇਹ ਤੁਸੀਂ ਅਪਣਾਉਣਾ, ਦੂਜਾ ਜਿਹੜਾ ਰਸਤਾ ਉਹ ਨਹੀਂ ਅਪਣਾਉਣਾ। ਤੋ ਹੁਣ ਉਸੇ ਗੁਰੂ ਦੀ ਗੱਲ ਕਰਦੇ ਆਖਦੇ ਆ ਕਿ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਕਿ ਪੂਰੇ ਸਤਿਗੁਰੂ ਜੀ ਨੂੰ, ਗੁਰੂ ਨੂੰ ਆਰਾਧੋ, ਉਹਨੂੰ ਸਿਮਰੋ। ਔਰ ਗੁਰੂ ਨੂੰ ਆਰਾਧਨਾ, ਜਿਵੇਂ ਗੁਰਬਾਣੀ ਵਿੱਚ ਹੋਰ ਵੀ ਕਈ ਥਾਂ ਆਇਆ ਕਿ ਗੁਰੂ ਗੁਰੂ ਜਪੋ, ਤਾਂ ਗੁਰੂ ਗੁਰੂ ਜਪਣ ਤੋਂ ਭਾਵ ਗੁਰਬਾਣੀ ਵਿੱਚ ਵਿਸ਼ੇਸ਼ ਗੁਰੂ ਸਾਹਿਬਾਨ ਦੇ ਨਾਮ ਨੂੰ ਪੁਕਾਰਨਾ ਨਹੀਂ, ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀ ਜੈ ਜੈਕਾਰ ਕਰਨਾ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਆਪ ਹੀ ਸਾਡਾ ਮਾਰਗ ਦਰਸ਼ਨ ਕਰਦੇ ਹੋਇਆਂ ਸਾਨੂੰ ਇਹ ਗੱਲ ਸਮਝਾਈ ਕਿ ਤੁਸੀਂ ਜੇਕਰ ਗੁਰੂ ਦੀ ਉਸਤਤ ਕਰਨਾ ਚਾਹੁੰਦੇ ਹੋ, ਗੁਰੂ ਦੀ ਕੀਰਤੀ ਕਰਨਾ ਚਾਹੁੰਦੇ ਹੋ, ਗੁਰੂ ਦਾ ਧਿਆਨ ਧਰਨਾ ਚਾਹੁੰਦੇ ਹੋ, ਤਾਂ ਉਸ ਦਾ ਰੂਪ ਜਿਹੜਾ ਉਹ ਆ ਕਿ ਮਹਾਰਾਜ ਕਹਿੰਦੇ ਆ ਕਿ ਗੁਰੂ ਕੀ ਕੀਰਤ, ਕਿ ਗੁਰੂ ਦੀ ਕੀਰਤੀ ਕੀ ਆ, ਪ੍ਰਭੂ ਦਾ ਨਾਮ ਜਪਣਾ। ਗੁਰੂ ਦੀ ਬੰਦਗੀ ਕੀ ਆ, ਉਸ ਪ੍ਰਭੂ ਨੂੰ ਆਰਾਧਨਾ। ਗੁਰੂ ਦੇ ਚਰਨਾਂ ਦਾ ਧਿਆਨ ਕੀ ਆ, ਉਹਦਾ ਸੁਰਤੀ ਚੁਕਾਉਣੀ ਕੀ ਆ। ਗੁਰੂ ਸਾਹਿਬ ਕਹਿੰਦੇ ਆ ਕਿ ਉਸ ਰੱਬ ਨੂੰ ਨੇੜੇ ਸਮਝਣਾ। ਤੋ ਦੂਜੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ ਜਿਹੜਾ ਆਹ ਮਾਰਗ ਆ, ਸੱਚ ਦਾ ਮਾਰਗ ਆ, ਜੋ ਗੁਰੂ ਨੇ ਸਾਨੂੰ ਦ੍ਰਿੜ ਕਰਵਾਇਆ ਹੋਇਆ, ਇਸ ਬਾਣੀ ਨੂੰ ਇਸ ਰੂਪ ਵਿੱਚ ਅਪਣਾ ਕੇ, ਅਮਲੀ ਰੂਪ ਵਿੱਚ ਅਪਣਾ ਕੇ ਜਦੋਂ ਅਸੀਂ ਕਦੋਂ ਪੁੱਟਾਂਗੇ, ਚਪਾਓ ਜੋ ਗੁਰੂ ਦੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਅਪਣਾਵਾਂਗੇ, ਤਾਂ ਕੀ ਹੋਵੇਗਾ? ਸਭ ਕਿਲ ਵਿਖ ਪਾਪ ਗਵਾਇਆ। ਜਿਹੜੇ ਪਾਪ ਹੈਗੇ ਆ, ਕਿਲ ਵਿਖ ਆ, ਪਾਪ ਜਿਹੜੇ ਮੰਦ ਸੰਸਕਾਰ ਸਾਡੇ ਅੰਦਰ ਜਮ੍ਹਾਂ ਹੋਏ ਆ, ਜੋ ਸਾਡੇ 5 ਸੈਂਸਸ ਆ, 5 ਇੰਦਰੀਆਂ, ਜਿਨ੍ਹਾਂ ਰਾਹੀਂ ਅਸੀਂ ਬਾਹਰਲਾ ਗਿਆਨ ਹਾਸਲ ਕਰਦੇ ਹਾਂ, ਤੋ ਇਹਨਾਂ ਰਾਹੀਂ ਜੋ ਅਸੀਂ ਮੈਲ, ਜੋ ਗੰਦਗੀ, ਜੋ ਅਪਵਿੱਤਰਤਾ, ਜਿਹਨੂੰ ਧਾਰਮਿਕ ਸ਼ਬਦਾਵਲੀ ਵਿੱਚ ਆਖਦੇ ਆ ਸੰਸਕਾਰ, ਇਹ ਅਸੀਂ ਇਕੱਠੇ ਕੀਤੇ ਹੋਏ ਸੀ। ਜਦੋਂ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਸ਼ੁਰੂ ਕਰ ਦਿੱਤਾ, ਤਾਂ ਇਹ ਮੰਦ ਸੰਸਕਾਰ ਜਿਹੜੇ ਆ, ਇਹਨਾਂ ਦਾ ਪ੍ਰਭਾਵ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਊਗਾ, ਕਿਉਂਕਿ ਅਸੀਂ ਆਮ ਤੌਰ ਤੇ ਇਹਨਾਂ ਸੰਸਕਾਰਾਂ ਅਧੀਨ ਹੀ ਅਸੀਂ ਕਰਮ ਕਮਾਉਂਦੇ ਆ। ਤਾਂ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਅਪਣਾਵਾਂਗੇ, ਤਾਂ ਫਿਰ ਇਹ ਜਿਹੜੇ ਪਾਪ ਆ, ਕਿਲ ਵਿਖ ਆ, ਇਹਨਾਂ ਦਾ ਪ੍ਰਭਾਵ ਜਿਹੜਾ ਉਹ ਸਾਡੇ ਮਨ ਤੋਂ ਲੈਣਾ ਸ਼ੁਰੂ ਹੋ ਜਾਊਗਾ। ਫਿਰ ਅਖੀਰ ਵਿੱਚ ਕਹਿੰਦੇ ਆ, ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਕਿ ਜਦੋਂ ਅਸੀਂ ਇਸ ਰਸਤੇ ਨੂੰ ਅਪਣਾਵਾਂਗੇ, ਗੁਰੂ ਦੇ ਦੱਸੇ ਹੋਏ ਰਸਤੇ ਨੂੰ, ਤਾਂ ਸਾਨੂੰ ਰੱਬ ਪਿਆਰਾ ਲੱਗੂਗਾ, ਨਾਮ ਪਿਆਰਾ ਲੱਗੂਗਾ। ਰੱਬ ਜਾਂ ਪ੍ਰਭੂ ਦਾ ਨਾਮ ਪਿਆਰਾ ਲੱਗਣ ਤੋਂ ਭਾਵ ਕਿ ਜਿਹੜੇ ਪ੍ਰਭੂ ਦੇ ਗੁਣ ਆ, ਉਹਦੀਆਂ ਵਡਿਆਈਆਂ, ਜਿਹੜੇ ਦੈਵੀ ਗੁਣ ਆ, ਇਹ ਸਾਨੂੰ ਚੰਗੇ ਲੱਗਣ ਲੱਗ ਪੈਣਗੇ, ਇਹ ਪਾਉਣਗੇ ਸਾਡੀ। ਇਹਨਾਂ ਨੂੰ ਮੰਨਣਾ ਮਜਬੂਰੀ ਨਹੀਂ ਹੋਊਗੀ, ਬਲਕਿ ਅਸੀਂ ਸੁਭਾਵਿਕ ਹੀ ਇਹਨਾਂ ਨੂੰ ਅਪਣਾ ਕੇ ਇਹ ਸੁਭਾਵਿਕ ਹੀ ਸਾਡੇ ਅੰਦਰੋਂ ਪ੍ਰਗਟ ਹੋਣਗੇ। ਤੋ ਹਜ਼ੂਰ ਕਹਿੰਦੇ ਆ, ਜਿਹੜਾ ਉਹ ਵੱਡਾ ਭਾਗਾਂ ਵਾਲਾ ਮਨੁੱਖ ਆ, ਉਹਨੂੰ ਜਿਹੜਾ ਆਤਮਿਕ ਸੁੱਖ ਮਿਲਦਾ, ਸਹਿਜ ਆਨੰਦ ਹੋਆ ਵੱਡ ਭਾਗੀ। ਉਸ ਵੱਡੇ ਭਾਗੀ ਨੂੰ ਇਹ ਜਿਹੜਾ ਆਤਮਿਕ ਅਡੋਲਤਾ ਦਾ ਸੁੱਖ ਆ, ਸਾਈ ਦਾ ਸੁੱਖ ਆ, ਇਹ ਉਸ ਨੂੰ ਨਸੀਬ ਹੋਇਆ ਰਹਿੰਦਾ, ਮਿਲਿਆ ਰਹਿੰਦਾ। ਔਰ ਅਖੀਰ ਵਿੱਚ ਕਹਿੰਦੇ ਆ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਰਾਮਦਾਸ ਮਹਾਰਾਜ, ਕਿ ਪ੍ਰਭੂ ਦਾ ਜਿਹੜਾ ਨਾਮ ਜਪਣਾ ਹੀ ਇਸ ਜੀਵ ਇਸਤਰੀ ਦੀ, ਚਾਹੇ ਉਹ ਇਸਤਰੀ ਆ ਚਾਹੇ ਪੁਰਸ਼ ਆ, ਇਹ ਵਿਆਹ ਦੀ ਪਹਿਲੀ ਲਾਮ ਆ। ਹਰ ਨਾਮ ਸਿਮਰਨ ਤੋਂ ਹੀ
ਉਸ ਪ੍ਰਭੂ ਪਤੀ ਨਜੀਬ ਇਸਤਰੀ ਦਾ ਜਿਹੜਾ ਉਹ ਵਿਆਹ ਦਾ ਮੁੱਢ ਵੱਜਦਾ। ਇਹ ਸ਼ੁਰੂਆਤ ਆ, ਇਹ ਪਹਿਲੀ ਲਾਮ ਆ ਜੀ। ਮੁੱਖ ਰੂਪ ਵਿੱਚ ਪਹਿਲੀ ਲਾਮ ਜਿਹੜੀ ਆ ਗੁਰੂ ਸਾਹਿਬ ਇਸ ਰੂਪ ਵਿੱਚ ਜਿਹੜਾ ਉਹ ਦਰਸਾ ਰਹੇ। ਇਹਨੂੰ ਅਸੀਂ ਹੁਣ ਸੰਬੰਧਿਤ ਕਰ ਸਕਦੇ ਹਾਂ, ਚਾਹੇ ਉਹ ਵਿਆਹੰਦੜ ਜੋੜਾ, ਚਾਹੇ ਉਹ ਆਮ ਇਨਸਾਨ ਆ, ਚਾਹੇ ਬਜ਼ੁਰਗ ਆ, ਜਵਾਨ ਆ, ਚਾਹੇ ਉਹ ਬੱਚਾ ਜਿਹਦੇ ਕਿ ਹੋਸ਼ੋ ਹਵਾਸ਼ ਕਾਇਮ ਆ। ਅਸੀਂ ਹਰ ਥਾਂ ਤੇ ਇਹ ਜਿਹੜਾ ਉਪਦੇਸ਼ ਆ ਇਹ ਲਾਗੂ ਕਰਕੇ ਅਸੀਂ ਉਸ ਹਰ ਪ੍ਰਭ ਨਾਲ ਜਿਹੜਾ ਉਹ ਜੁੜ ਸਕਦੇ ਹਾਂ, ਉਸ ਨਾਲ ਆਪਣਾ ਰਿਸ਼ਤਾ ਕਾਇਮ ਕਰ ਸਕਦੇ ਹਾਂ ਜੀ। ਥੈਂਕਸ ਜੀ ਤੁਹਾਡਾ ਬਹੁਤ ਬਹੁਤ। ਤੁਸੀਂ ਪਹਿਲੀ ਜਿਹੜੀ ਲਾਮ ਆ ਉਹਦੀ ਪੂਰੀ ਵਿਆਖਿਆ ਕੀਤੀ। ਅਸੀਂ ਇੱਥੇ ਵੀਡੀਓ ਨੂੰ ਸੰਕੋਚਦੇ ਹਾਂ। ਸਾਰਿਆਂ ਨੂੰ ਜੋ ਇਹਦੇ ਉੱਤੇ ਕੋਈ ਕਮੈਂਟਸ ਹੋਣ, ਕੁਛ ਹੋਣ, ਦੇ ਸਕਦੇ ਆ। ਸੋ ਗਿਆਨੀ ਜੀ ਦਾ ਬਹੁਤ ਬਹੁਤ ਥੈਂਕਸ। ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਥੋੜਾ ਜਿਹਾ 2 ਮਿੰਟ ਬੋਲ ਛੱਡੋ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸੰਸਕਾਰ ਦਾ ਜਿਹੜਾ ਇਹ ਭਾਗ ਸ਼ੁਰੂ ਕਰ ਰਹੇ ਹਾਂ, ਇਹਦੇ ਵਿੱਚ ਪਹਿਲੀ ਲਾਮ ਦਾ ਭਾਵ ਦੱਸਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਨਾਲ ਨਾਲ ਲਾਮ ਦਾ ਆਖਰੀ ਅਰਥ ਕੀ ਆ, ਔਰ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਛੰਦ ਦੇ ਪਹਿਲੇ ਪਦੇ ਵਿੱਚ ਕੀ ਫਰਮਾਇਆ। ਇਹਦੇ ਵਿੱਚ ਅਸੀਂ ਲਾਵਾਂ ਦੇ ਇਸ ਪਹਿਲੇ ਛੰਦ ਦੇ ਸਮੁੱਚੇ ਭਾਵ ਨੂੰ ਦਰਸਾਉਣ ਦਾ ਯਤਨ ਕੀਤਾ ਔਰ ਦੱਸਿਆ ਕਿ ਅਸਲ ਵਿੱਚ ਇਹ ਜਿਹੜੀ ਲਾਮ ਦਾ ਜ਼ਿਕਰ ਕੀਤਾ, ਇਹ ਲਾਮ ਹਰ ਉਸ ਮਨੁੱਖ ਨੂੰ ਲੈਣ ਦੀ ਲੋੜ ਆ ਜਿਹੜਾ ਵੀ ਮਨੁੱਖ ਉਸ ਰੱਬ ਨਾਲ ਜੁੜਨ ਦਾ ਚਾਹਵਾਨ ਆ, ਚਾਹੇ ਉਹ ਇਸਤਰੀ ਆ, ਚਾਹੇ ਪੁਰਸ਼ ਆ, ਬੁੱਢਾ, ਜ਼ੁਬਾਨ ਉਹ ਜਵਾਨ ਆ, ਚਾਹੇ ਉਹ ਟ੍ਰਾਂਸਜੈਂਡਰ ਆ, ਕੋਈ ਵੀ ਜਿਹੜਾ ਇਨਸਾਨ ਆ ਜਿਹਦੇ ਹੋਸ਼ੋ ਹਵਾਸ਼ ਕਾਇਮ ਆ, ਤਾਂ ਉਹਨੂੰ ਰੱਬ ਨਾਲ ਜੁੜਨ ਲਈ ਇਹ ਜਿਹੜੇ ਕਦਮ ਆ ਇਹ ਪੁੱਟਣੇ ਹੀ ਪੈਣਗੇ। ਇੱਥੇ ਕੇਵਲ ਵਿਆਹੁੰਦੇ ਬੱਚਿਆਂ ਦੀ ਗੱਲ ਹੀ ਨਹੀਂ, ਬਲਕਿ ਹਰ ਉਸ ਇਨਸਾਨ ਵੱਲ ਇਸ਼ਾਰਾ। ਤੋ ਜੇਕਰ ਤੁਸੀਂ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਜਾਣਨਾ ਚਾਹੁੰਦੇ ਹੋ, ਜਾਣਨ ਦੇ ਇੱਛੁਕ ਹੋ, ਤਾਂ ਜਿਹੜਾ ਹੇਠ ਦਿੱਤਾ ਹੋਇਆ ਲਿੰਕ ਆ, ਇਸ ਲਿੰਕ ਨੂੰ ਤੁਸੀਂ ਖੋਲੋਗੇ ਤਾਂ ਇਸ ਲਾਮ ਬਾਰੇ ਸਾਡਾ ਜਿਹੜਾ ਇਹ ਐਪੀਸੋਡ ਆ ਇਸ ਨੂੰ ਤੁਸੀਂ ਦੇਖ ਸਕੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।